ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡਾ ਸਭਨਾਂ ਦਾ ਬਹੁਤ ਸਵਾਗਤ ਕਰਦੇ ਹਾਂ। ਅਸੀਂ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਨੂੰ ਵੇਖਣ ਦੇ ਲਈ ਆਪਣਾ ਕੀਮਤੀ ਸਮਾਂ ਦਿੰਦੇ ਹੋ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਹਾਨੂੰ ਸਾਡੇ ਇਹਨਾਂ ਪ੍ਰੋਗਰਾਮਾਂ ਦਾ ਆਤਮਿਕ ਲਾਭ ਮਿਲ ਰਿਹਾ ਹੋਵੇਗਾ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਮਹਾਕਲੇਸ਼ ਦੇ ਬਾਰੇ ਜਾਣ ਰਹੇ ਸੀ। ਅਸੀਂ ਕਲੀਸਿਆ ਦੇ ਬਾਰੇ ਵੀ ਜਾਣਿਆ ਕਿ ਮਹਾਕਲੇਸ਼ ਦੇ ਸਮੇਂ ਕਲੀਸਿਆ ਕਿੱਥੇ ਹੋਵੇਗੀ। ਅਸੀਂ ਜਗਤ ਦੇ ਅੰਤ, ਕਲੀਸਿਆ ਦੇ ਉਠਾਏ ਜਾਣ ਅਤੇ ਪ੍ਰਭੂ ਯਿਸੂ ਮਸੀਹ ਜੀ ਦੇ ਦੁਬਾਰਾ ਆਉਣ ਦੇ ਬਾਰੇ ਜਾਣਿਆ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਸ ਤੋਂ ਬਹੁਤ ਆਸ਼ੀਸ਼ ਮਿਲੀ ਹੋਏਗੀ। ਦੋਸਤੋ, ਆਪਣੇ ਪਿਛਲੇ ਪ੍ਰੋਗਰਾਮ ਦੇ ਬਾਕੀ ਦੇ ਹਿੱਸੇ ਨੂੰ ਇਸ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਜਾਰੀ ਰੱਖਾਂਗੇ। ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਸਿੱਖਾਂਗੇ ਕਿ ਅਸੀਂ ਕਿਸ ਤਰ੍ਹਾਂ ਪਤਾ ਲਗਾ ਸਕਦੇ ਹਾਂ ਕਿ ਇਸ ਜਗਤ ਦਾ ਅੰਤ ਨੇੜੇ ਹੈ। ਅਸੀਂ ਜਾਣਾਂਗੇ ਕਿ ਇਹ ਮਹਾਕਲੇਸ਼ ਦੇ ਬਾਰੇ ਹੈ। ਅਸੀਂ ਇਹ ਵੀ ਜਾਣਾਂਗੇ ਕਿ ਇਹ ਕਲੀਸਿਆ ਦੇ ਸਵਰਗ ਦੇ ਵਿੱਚ ਉਠਾਏ ਜਾਣ ਦੇ ਬਾਰੇ ਨਹੀਂ ਹੈ। ਸੋ ਦੋਸਤੋ, ਆਓ ਆਪਣੇ ਅੱਜ ਦੇ ਅਧਿਐਨ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਪਿਛਲੇ ਪ੍ਰੋਗਰਾਮ ਦਾ ਹਿੱਸਾ ਅਸੀਂ ਇਸ ਪ੍ਰੋਗਰਾਮ ਵਿੱਚ ਜਾਰੀ ਰੱਖਾਂਗੇ। ਸਾਡੇ ਨਾਲ ਇਹਨਾਂ ਪ੍ਰੋਗਰਾਮਾਂ ਵਿੱਚ ਬਣੇ ਰਹੋ। ਅਸੀਂ ਕਿਸ ਤਰ੍ਹਾਂ ਸਮਝਾਂਗੇ ਕਿ ਅੰਤ ਸਮੇਂ ਆ ਗਿਆ ਹੈ। ਸੰਖੇਪ ਵਿੱਚ ਮਤੀ 24 ਦਾ ਦੂਸਰਾ ਅਤੇ ਤੀਜਾ ਪ੍ਰਸ਼ਨ ਇੱਕੋ ਹੀ ਹੈ। ਮਸੀਹ ਦਾ ਆਉਣਾ ਅਤੇ ਜਗਤ ਦਾ ਅੰਤ ਹੋਣਾ ਇੱਕ ਹੀ ਮਤਲਬ ਹੈ, ਇੱਕ ਹੀ ਉੱਤਰ ਹੈ। ਦੋਹਾਂ ਪ੍ਰਸ਼ਨਾਂ ਦਾ ਇੱਕੋ ਹੀ ਉੱਤਰ ਹੈ। ਇੱਥੇ ਹੁਣ ਇੱਕ ਪ੍ਰਸ਼ਨ ਉੱਠਦਾ ਹੈ ਕਿ ਚੇਲੇ ਉਸ ਵਕਤ ਇਹ ਚੰਗੀ ਤਰ੍ਹਾਂ ਸਮਝ ਗਏ ਸੀ ਕਿ ਮਸੀਹ ਦਾ ਪਹਿਲਾ ਅਤੇ ਦੂਜੇ ਅਗਮਾਨ ਦੇ ਵਿੱਚ ਕੁਝ ਸਮੇਂ ਹੋਵੇਗਾ। ਉਹ ਇਸ ਨੂੰ ਨਹੀਂ ਸਮਝ ਸਕੇ ਸੀ। ਉਹਨਾਂ ਲਈ ਪਹਿਲਾ ਅਤੇ ਦੂਜਾ ਅਗਮਾਨ ਉਸ ਤਰ੍ਹਾਂ ਸੀ ਜਿਸ ਤਰ੍ਹਾਂ ਪੁਰਾਣੇ ਨੇਮ ਵਿੱਚ ਸੀ। ਪੁਰਾਣੇ ਨੇਮ ਦੇ ਨਬੀਆਂ ਨੇ ਪਹਿਲਾ ਅਤੇ ਦੂਜੇ ਅਗਮਾਨ ਨੂੰ ਇੱਕ ਉੱਚੇ ਪਹਾੜ ਦੀ ਚੋਟੀ ਦੀ ਨਜ਼ਰ ਨਾਲ ਵੇਖਿਆ ਸੀ। ਇਸ ਤਰ੍ਹਾਂ ਦੂਰੋਂ ਵੇਖਦੇ ਹੋਏ ਉਹਨਾਂ ਨੇ ਇਹ ਇੱਕ ਘਟਨਾ ਨਜ਼ਰ ਆਈ। ਜਦ ਤੱਕ ਤੁਸੀਂ ਕੋਲ ਜਾ ਕੇ ਨਹੀਂ ਵੇਖਦੇ, ਤਦ ਤੱਕ ਤੁਸੀਂ ਅਹਿਸਾਸ ਨਹੀਂ ਕਰ ਸਕਦੇ ਕਿ ਪਰਬਤ ਦੀ ਇੱਕ ਨਹੀਂ ਬਲਕਿ ਦੋ ਚੋਟੀਆਂ ਹਨ। ਤੁਸੀਂ ਨਹੀਂ ਸਮਝ ਸਕਦੇ ਕਿ ਬੈਤਲਹਮ ਵਿੱਚ ਆਉਣਾ ਪਹਿਲਾ ਅਗਮਨ ਸੀ ਅਤੇ ਜਦ ਭਵਿੱਖ ਵਿੱਚ ਉਹ ਆਵੇਗਾ, ਉਹ ਉਸ ਦਾ ਦੂਜਾ ਅਗਮਨ ਹੋਵੇਗਾ। ਉੱਚੇ ਪਹਾੜ ਦੀਆਂ ਦੋ ਚੋਟੀਆਂ, ਉਹਨਾਂ ਦੇ ਵਿਚਕਾਰ ਦੀ ਖਾਈ ਘੁੰਮ ਰਹੀ ਹੈ ਜਿਸ ਵਿੱਚ ਅਸੀਂ ਅੱਜ ਰਹਿ ਰਹੇ ਹਾਂ। ਚੇਲੇ ਤਾਂ ਬਸ ਥੋੜੀ ਜਿੰਨੀ ਸਚਾਈ ਨੂੰ ਹੀ ਸਮਝ ਪਾ ਰਹੇ ਸਨ। ਇਸ ਲਈ ਉਹਨਾਂ ਨੇ ਮੱਤੀ 24 ਵਿੱਚ ਯਿਸੂ ਕੋਲੋਂ ਇੱਕ ਪ੍ਰਸ਼ਨ ਪੁੱਛਿਆ। ਉਹ ਇਹ ਸੀ, ਪ੍ਰਭੂ, ਤੂੰ ਜਾ ਕੇ ਕਦ ਆ ਰਿਹਾ ਹੈ ਅਤੇ ਆਪਣਾ ਰਾਜ ਸਥਾਪਿਤ ਕਰੇਗਾ? ਅਸੀਂ ਸੋਚਿਆ ਸੀ ਤੂੰ ਆਪਣਾ ਰਾਜ ਹੁਣੇ ਹੀ ਸਥਾਪਿਤ ਕਰੇਗਾ, ਪਰ ਤੂੰ ਨਹੀਂ ਕੀਤਾ। ਅਸੀਂ ਇਸ ਦੀ ਉਮੀਦ ਕਦੋਂ ਕਰੀਏ ਕਿ ਤੂੰ ਜਾ ਕੇ ਵਾਪਸ ਆ ਰਿਹਾ ਹੈ ਅਤੇ ਉਹ ਕਰੇਗਾ ਜੋ ਅਸੀਂ ਸੋਚਿਆ ਹੈ ਕਿ ਤੂੰ ਆਪਣੇ ਇਸ ਪਹਿਲੇ ਆਗਮਨ ਵਿੱਚ ਹੀ ਕਰਨ ਜਾ ਰਿਹਾ ਹੈ। ਮੱਤੀ 24 ਅਤੇ 25 ਵਿੱਚ ਕੋਈ ਵਿਸ਼ੇਸ਼ ਹਵਾਲਾ ਰੈਪਚਰ ਦੇ ਬਾਰੇ ਨਹੀਂ ਦਿੱਤਾ ਗਿਆ। ਉੱਥੇ ਤਾਂ ਇਹ ਹੀ ਦੱਸਿਆ ਜਾ ਰਿਹਾ ਹੈ ਕਿ ਮਸੀਹ ਆ ਕੇ ਆਪਣਾ ਰਾਜ ਸਥਾਪਿਤ ਕਰੇਗਾ। ਨੰਬਰ 3, ਮਹਾਕਲੇਸ਼ ਦੇ ਬਾਰੇ ਹੈ। ਹੁਣ ਜਰਾ ਸੁਣੋ। ਆਓ ਅਸੀਂ ਦੁਬਾਰਾ ਕਲਮ ਕਰਮ ਵਿਗਿਆਨ ਵਿੱਚ ਚਲੀਏ। ਅਸੀਂ ਕਲੀਸਿਆ ਯੁੱਗ ਵਿੱਚ ਹਾਂ। ਰੈਪਚਰ ਹੋਣਾ ਹੈ, ਕਲੇਸ਼ ਦੇ ਸਮੇਂ ਆਉਣਾ ਹੈ ਅਤੇ ਫਿਰ ਰਾਜ ਤੋਂ ਪਹਿਲਾਂ ਸਾਡੇ ਸਮੇਂ ਵਿੱਚ ਕਿਹੜੀਆਂ ਘਟਨਾਵਾਂ ਹੋਣਗੀਆਂ। ਕਲੇਸ਼ ਦੀ ਘਟਨਾਵਾਂ 1000 ਸਾਲ ਦੇ ਰਾਜ ਤੋਂ ਪਹਿਲਾਂ 7 ਸਾਲ ਦਾ ਕਲੇਸ਼ ਮੱਤੀ 24 ਅਤੇ 25 ਵਿੱਚ ਜਦ ਯਿਸੂ ਉਹਨਾਂ ਨੂੰ ਉੱਤਰ ਦੇ ਰਿਹਾ ਸੀ ਤਾਂ ਉਹਨਾਂ ਨੂੰ ਇਹ ਸਿੱਖਿਆ ਦੇ ਰਿਹਾ ਸੀ ਕਿ ਉਸ ਦੇ ਰਾਜ ਦੇ ਸਥਾਪਿਤ ਹੋਣ ਤੋਂ ਪਹਿਲਾਂ ਕੀ ਹੋਵੇਗਾ ਅਤੇ ਇਸ ਲਈ ਉਹ ਉਹਨਾਂ ਨੂੰ ਕਲੇਸ਼ ਦੇ ਬਾਰੇ ਦੱਸਦਾ ਹੈ। ਹੁਣ ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਇਸ ਅਧਿਆਇ ਦਾ ਨਿਚੋੜ ਤੁਹਾਨੂੰ ਦੱਸ ਸਕਾਂ ਤਾਂ ਕਿ ਤੁਸੀਂ ਸਮਝ ਜਾਓ
ਕਿ ਅਸੀਂ ਕਿਸ ਬਾਰੇ ਗੱਲਬਾਤ ਕਰ ਰਹੇ ਹਾਂ। ਸਭ ਤੋਂ ਪਹਿਲੀ ਚੀਜ਼ ਜੋ ਯਿਸੂ ਮੱਤੀ 24 ਵਿੱਚ ਕਰਦਾ ਹੈ, ਉਹ ਉਹਨਾਂ ਨੂੰ ਆਪਣੇ ਦੂਜੇ ਆਗਮਨ ਦੇ ਆਉਣ ਤੋਂ ਪਹਿਲਾਂ ਕੁਝ ਚਿੰਨ੍ਹ ਦੱਸਦਾ ਹੈ। ਦੂਜੇ ਸ਼ਬਦਾਂ ਵਿੱਚ ਉਹ ਉਹਨਾਂ ਨੂੰ ਉਹਨਾਂ ਦੇ ਪ੍ਰਸ਼ਨ ਦਾ ਉੱਤਰ ਦਿੰਦਾ ਹੈ। ਜਦ ਉਹਨਾਂ ਨੇ ਪੁੱਛਿਆ, ਤੇਰੇ ਆਉਣ ਦੇ ਅਤੇ ਤੇਰੇ ਰਾਜ ਦੇ ਸਥਾਪਿਤ ਹੋਣ ਦੇ ਕੀ ਚਿੰਨ੍ਹ ਹੋਣਗੇ? ਯਿਸੂ ਨੇ ਕਿਹਾ, ਠੀਕ ਹੈ, ਤੁਹਾਡੇ ਪ੍ਰਸ਼ਨ ਦਾ ਇਹ ਉੱਤਰ ਹੈ। ਐਤ 4 ਨੂੰ ਪੜ੍ਹਨਾ ਸ਼ੁਰੂ ਕਰੋ। ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਚੌਕਸ ਰਹੋ, ਭਾਈ ਤੁਹਾਨੂੰ ਕੋਈ ਭੁਲਾਵੇ ਵਿੱਚ ਨਾ ਪਾਵੇ। ਕਿਉਂ ਜੋ ਮੇਰਾ ਨਾਮ ਧਾਰ ਕੇ ਬਥੇਰੇ ਇਹ ਕਹਿੰਦੇ ਆਉਣਗੇ, ਮੈਂ ਮਸੀਹ ਹਾਂ, ਅਤੇ ਬਹੁਤਿਆਂ ਨੂੰ ਭੁਲਾਵੇਂ ਵਿੱਚ ਪਾ ਦੇਣਗੇ। ਤੁਸੀਂ ਲੜਾਈਆਂ ਅਤੇ ਲੜਾਈਆਂ ਦੀਆਂ ਅਵਾਈਆਂ ਸੁਣੋਗੇ। ਖਬਰਦਾਰ, ਕਿਤੇ ਘਬਰਾ ਨਾ ਜਾਣਾ, ਕਿਉਂ ਜੋ ਇਹ ਗੱਲਾਂ ਤਾਂ ਹੋਣੀਆਂ ਹੀ ਹਨ, ਪਰ ਅਜੇ ਅੰਤ ਨਹੀਂ। ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ, ਅਤੇ ਥਾਂ ਥਾਂ ਕਾਲ ਪੈਣਗੇ ਅਤੇ ਭੁਚਾਲ ਆਉਣਗੇ, ਪਰ ਇਹ ਸਭ ਕੁਝ ਪੀੜਾਂ ਦਾ ਆਰੰਭ ਹੈ। ਤਦ ਉਹ ਤੁਹਾਨੂੰ ਬਿਪਤਾ ਲਈ ਫੜਵਾ ਦੇਣਗੇ ਔਰ ਤੁਹਾਨੂੰ ਮਾਰ ਦੇਣਗੇ, ਅਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ, ਅਤੇ ਉਸ ਸਮੇਂ ਬਥੇਰੇ ਠੋਕਰ ਖਾਣਗੇ ਅਤੇ ਇੱਕ ਦੂਏ ਨੂੰ ਫੜਾਉਣਗੇ ਅਤੇ ਇੱਕ ਦੂਏ ਨਾਲ ਵੈਰ ਰੱਖਣਗੇ, ਔਰ ਬਹੁਤ ਝੂਠੇ ਨਬੀ ਉੱਠਣਗੇ ਅਤੇ ਬਥੇਰਿਆਂ ਨੂੰ ਭੁਲਾਵੇਂ ਵਿੱਚ ਪਾ ਦੇਣਗੇ, ਅਤੇ ਕੁਧਰਮ ਦੇ ਵਧਣ ਕਰਕੇ ਬਹੁਤਿਆਂ ਦੀ ਪ੍ਰੀਤ ਠੰਡੀ ਹੋ ਜਾਵੇਗੀ, ਪਰ ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ। ਅਤੇ ਰਾਜ ਦੀ ਇਸ ਖੁਸ਼ਖਬਰੀ ਦਾ ਪ੍ਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ, ਜੋ ਸਭ ਕੌਮਾਂ ਉੱਤੇ ਸਾਖੀ ਹੋਵੇ, ਤਦ ਅੰਤ ਹੋਵੇਗਾ। ਮੱਤੀ 24 ਅਧਿਆਇ 4 ਵਚਨ ਤੋਂ ਲੈ ਕੇ 14 ਵਚਨਾਂ ਤੱਕ ਅਸੀਂ ਪੜ੍ਹਿਆ ਹੈ। ਦੂਜੇ ਸ਼ਬਦਾਂ ਵਿੱਚ ਯਿਸੂ ਚੇਲਿਆਂ ਨੂੰ ਕਹਿ ਰਿਹਾ ਹੈ, ਤੁਸੀਂ ਜਾਣਨਾ ਚਾਹੁੰਦੇ ਹੋ ਕਿ ਰਾਜ ਦੇ ਸਥਾਪਿਤ ਹੋਣ ਤੋਂ ਪਹਿਲਾਂ ਕੀ ਹੋਣ ਜਾ ਰਿਹਾ ਹੈ? ਇਹ ਹੀ ਹੈ ਜੋ ਹੋਣ ਜਾ ਰਿਹਾ ਹੈ। ਉਹ ਇਹ ਦ੍ਰਿਸ਼ ਦੱਸ ਕੇ ਚਲਾ ਗਿਆ। ਉਹ ਕਿਸ ਦੇ ਬਾਰੇ ਗੱਲਬਾਤ ਕਰ ਰਿਹਾ ਸੀ? ਉਹ ਕਲੇਸ਼ ਦੇ ਸਮੇਂ ਦੇ ਬਾਰੇ ਦੱਸ ਰਿਹਾ ਸੀ, ਜੋ ਠੀਕ ਉਸ ਦੇ ਰਾਜ ਤੋਂ ਪਹਿਲਾਂ ਸ਼ੁਰੂ ਹੋਣਾ ਹੈ। ਹੁਣ ਦੂਜੀ ਚੀਜ਼ ਜੋ ਯਿਸੂ ਮਸੀਹ ਕਰਦਾ ਹੈ, ਉਹ ਉਹਨਾਂ ਨੂੰ ਖਾਸ ਚਿੰਨ੍ਹ ਦੱਸਦਾ ਹੈ ਜੋ ਕਲੇਸ਼ ਤੋਂ ਪਹਿਲਾਂ ਦਿਖਾਈ ਦੇਣਗੇ। ਕਲੇਸ਼ ਦਾ ਸਮੇਂ 7 ਸਾਲ ਦਾ ਹੈ। ਪਹਿਲੇ 3.5 ਸਾਲ ਕਲੇਸ਼ ਦਾ ਸਮੇਂ ਹੈ। ਅਗਲੇ 3.5 ਸਾਲ ਮਹਾ ਕਲੇਸ਼ ਦਾ ਸਮੇਂ ਹੈ। ਕਲੇਸ਼ ਤਾਂ ਬੁਰਾ ਹੈ, ਪਰ ਮਹਾ ਕਲੇਸ਼ ਬਹੁਤ ਹੀ ਬੁਰਾ ਹੈ। ਇਸ ਤਰ੍ਹਾਂ ਲੱਗੇਗਾ ਕਿ ਨਰਕ ਹੀ ਧਰਤੀ ਤੇ ਆ ਗਿਆ ਹੈ। ਜੋ ਘਟਨਾਵਾਂ ਆਖਰੀ 3.5 ਸਾਲ ਵਿੱਚ ਹੋਣਗੀਆਂ, ਉਹ ਜਗਤ ਦੇ ਇਤਿਹਾਸ ਵਿੱਚ ਧਰਤੀ ਤੇ ਕਦੀ ਨਹੀਂ ਹੋਈਆਂ। ਯਿਸੂ ਮਸੀਹ ਨੇ ਉਹਨਾਂ ਨੂੰ ਆਖਿਆ, ਤੁਸੀਂ ਮੈਨੂੰ ਪੁੱਛਦੇ ਹੋ ਕਿ ਰਾਜ ਕਦੋਂ ਆ ਰਿਹਾ ਹੈ ਅਤੇ ਇਸ ਦੀ ਆਸ਼ਾ ਕੀ ਵੇਖ ਕੇ ਕਰੀਏ। ਠੀਕ ਹੈ, ਇਹ ਤਾਂ ਆਮ ਚੀਜ਼ਾਂ ਹਨ ਜੋ ਹੋਣਗੀਆਂ, ਪਰ ਐਤ 15 ਵਿਸ਼ੇਸ਼ ਚੀਜ਼ ਦੇ ਬਾਰੇ ਦੱਸਦੀ ਹੈ ਜੋ ਹੋਣ ਜਾ ਰਹੀ ਹੈ। ਤੁਸੀਂ ਉਸ ਉਜਾੜਨ ਵਾਲੀ ਘਿਉਣੀ ਚੀਜ਼ ਨੂੰ, ਜਿਸ ਦੀ ਖਬਰ ਦਾਨੀਏਲ ਨਬੀ ਨੇ ਦਿੱਤੀ, ਪਵਿੱਤਰ ਥਾਂ ਵਿੱਚ ਖੜੀ ਵੇਖੋਗੇ। ਵਾਚਨ ਵਾਲਾ ਸਮਝ ਲਵੇ। ਤਦ ਉਹ ਜਿਹੜੇ ਯਹੂਦੀਆਂ ਵਿੱਚ ਹੋਣ, ਪਹਾੜਾਂ ਤੇ ਭੱਜ ਜਾਣ। ਜਿਹੜੇ ਕੋਠੇ ਉੱਤੇ ਹੋਵੇ, ਉਹ ਆਪਣੇ ਘਰ ਵਿੱਚ ਅਸਬਾਬ ਲੈਣ ਨੂੰ ਹੇਠਾਂ ਨਾ ਉਤਰੇ, ਅਤੇ ਜਿਹੜਾ ਖੇਤ ਵਿੱਚ ਹੋਵੇ, ਆਪਣੇ ਲੀੜੇ ਲੈਣ ਨੂੰ ਪਿਛਾਂਹ ਨੂੰ ਨਾ ਮੁੜੇ। ਪਰ ਹਮਸੋਸ ਉਹਨਾਂ ਉੱਤੇ ਜਿਹੜੀਆਂ ਉਨੀ ਦਿਨੀ ਗਰਭਵਤੀਆਂ ਅਤੇ ਦੁੱਧ ਚੁੰਘਾਉਣ ਵਾਲੀਆਂ। ਪਰ ਤੁਸੀਂ ਪ੍ਰਾਰਥਨਾ ਕਰੋ ਜੋ ਤੁਹਾਡਾ ਭੱਜਣਾ ਸਿਆਲ ਵਿੱਚ ਜਾਂ ਸਬਤ ਦੇ ਦਿਨ ਨਾ ਹੋਵੇ, ਕਿਉਂ ਜੋ ਉਸ ਸਮੇਂ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ। ਔਰ ਜੇ ਉਹ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਸਰੀਰ ਨਾ ਬਚਦਾ, ਪਰ ਉਹ ਦਿਨ ਚੁਣਿਆ ਹੋਇਆਂ ਦੇ ਖਾਤਰ ਘਟਾਏ ਜਾਣਗੇ। ਤਾਂ ਜੇ ਕੋਈ ਤੁਹਾਨੂੰ ਆਖੇ, ਦੇਖੋ ਮਸੀਹ ਇੱਥੇ ਜਾਂ ਉੱਥੇ ਹੈ, ਤਾਂ ਸੱਚ ਨਾ ਮੰਨਣਾ, ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ
ਔਰ ਅਜਿਹੇ ਵੱਡੇ ਨਿਸ਼ਾਨ ਅਤੇ ਅਚਰਜ ਕੰਮ ਵਿਖਾਉਣਗੇ ਕਿ ਜੇ ਹੋ ਸਕਦਾ ਤੇ ਉਹ ਚੁਣਿਆ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦਿੰਦੇ। ਵੇਖੋ, ਮੈਂ ਤੁਹਾਨੂੰ ਅੱਗੋਂ ਹੀ ਦੱਸ ਦਿੱਤਾ। ਇਸ ਲਈ ਜੋ ਉਹ ਤੁਹਾਨੂੰ ਆਖਣ, ਵੇਖੋ ਉਹ ਉਜਾੜ ਵਿੱਚ ਹੈ ਤਾਂ ਬਾਹਰ ਨਾ ਜਾਣਾ, ਵੇਖੋ ਉਹ ਅੰਦਰ ਦੀਆਂ ਕੋਠੜੀਆਂ ਵਿੱਚ ਹੈ ਤਾਂ ਸੱਤ ਨਾ ਮੰਨਣਾ। ਕਿਉਂਕਿ ਜਿਸ ਤਰ੍ਹਾਂ ਬਿਜਲੀ ਚੜ੍ਹਦਿਓ ਚਮਕਾਰਾ ਮਾਰ ਕੇ ਲਹਿੰਦੇ ਤੱਕ ਦਿਖਾਈ ਦਿੰਦੀ ਹੈ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਦਾ ਆਉਣਾ ਹੋਵੇਗਾ। ਮੱਤੀ 24 ਦੇ 15 ਵਚਨ ਤੋਂ ਲੈ ਕੇ 27 ਵਚਨ ਵਿੱਚ ਦੂਜਾ ਆਗਮਨ ਮਸੀਹ ਨਿਉ ਲਈ ਜਗਤ ਵਿੱਚ ਆਉਂਦਾ ਹੈ। ਜਿੱਥੇ ਮੁਰਦਾ ਹੈ ਉੱਥੇ ਗਿਲਜਾਂ ਇਕੱਠੀਆਂ ਹੋਣਗੀਆਂ। ਮੱਤੀ 24 ਦੇ 28 ਵਚਨ। ਹੁਣ ਸੰਦੇਸ਼ ਦਾ ਵਿਸਥਾਰ ਤੁਸੀਂ ਪ੍ਰਕਾਸ਼ ਦੀ ਪੋਥੀ 4 ਅਧਿਆਏ ਤੋਂ 18 ਅਧਿਆਏ ਵਿੱਚ ਵੇਖ ਸਕਦੇ ਹੋ। ਅਸੀਂ ਉੱਥੇ ਮੋਹਰਾਂ ਤੁਰੀਆਂ ਨਿਉ ਹਰੇਕ ਚੀਜ਼ ਨੂੰ ਵੇਖ ਸਕਦੇ ਹਾਂ। ਉਹ ਸਾਨੂੰ ਵਿਸਥਾਰ ਵਿੱਚ ਦੱਸਦੀਆਂ ਹਨ ਕਿ ਉਸ ਸਮੇਂ ਵਿੱਚ ਕੀ ਹੋਣ ਜਾ ਰਿਹਾ ਹੈ, ਜਿਸ ਦੇ ਬਾਰੇ ਅਸੀਂ ਇੱਥੇ ਗੱਲਬਾਤ ਕਰਨ ਜਾ ਰਹੇ ਹਾਂ। ਪਰ ਯਿਸੂ ਮੱਤੀ 24 ਵਿੱਚ ਇਹ ਨਹੀਂ ਦੱਸ ਰਿਹਾ ਕਿ ਰੈਪਚਰ ਤੋਂ ਪਹਿਲਾਂ ਕੀ ਹੋਣ ਜਾ ਰਿਹਾ ਹੈ। ਉਸ ਵੇਲੇ ਸਾਡੇ ਪ੍ਰਭੂ ਦੇ ਮਨ ਵਿੱਚ ਰੈਪਚਰ ਦੇ ਬਾਰੇ ਕੋਈ ਖਿਆਲ ਨਹੀਂ ਸੀ ਜੋ ਉਹ ਆਪਣੇ ਚੇਲਿਆਂ ਨੂੰ ਦੱਸਦਾ। ਉਹ ਤਾਂ ਆਪਣੇ ਚੇਲਿਆਂ ਨੂੰ ਉਹਨਾਂ ਦੇ ਹੀ ਪ੍ਰਸ਼ਨਾਂ ਦਾ ਉੱਤਰ ਦੇ ਕੇ ਸਮਝਾ ਰਿਹਾ ਸੀ ਕਿ ਰਾਜ ਸਥਾਪਿਤ ਹੋਣ ਤੋਂ ਪਹਿਲਾਂ ਕੀ ਹੋਣ ਜਾ ਰਿਹਾ ਹੈ। ਇਹ ਹੀ ਹੈ ਜਿਸ ਦੀ ਤੁਸੀਂ ਆਸ਼ਾ ਕਰ ਸਕਦੇ ਹੋ। ਨੰਬਰ 4, ਇਹ ਰੈਪਚਰ ਦੇ ਬਾਰੇ ਨਹੀਂ ਹੈ। ਕੁਝ ਲੋਕਾਂ ਨੂੰ ਇਹ ਜਾਣ ਕੇ ਪਰੇਸ਼ਾਨੀ ਹੁੰਦੀ ਹੈ ਕਿ ਉਸ ਨੇ ਰੈਪਚਰ ਦੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ, ਪਰ ਇਸ ਲਈ ਇਸ ਦਾ ਕੋਈ ਕਾਰਨ ਨਹੀਂ ਸੀ। ਰੈਪਚਰ ਦੀ ਸੂਚਨਾ ਤਾਂ ਭਵਿੱਖ ਵਿੱਚ ਚੇਲਿਆਂ ਨੂੰ ਦਿੱਤੀ ਜਾਣੀ ਸੀ। ਮੈਂ ਇਮਾਨਦਾਰੀ ਨਾਲ ਆਪਣੇ ਉਹਨਾਂ ਦੋਸਤਾਂ ਨੂੰ ਦੱਸਣ ਦੀ ਜ਼ਰੂਰਤ ਸਮਝਦਾ ਹਾਂ ਜੋ ਇੱਥੇ ਰੈਪਚਰ ਅਤੇ ਕਲੀਸਿਆ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਹਨ। ਇਸ ਕਲੇਸ਼ ਦੇ ਦੌਰਾਨ ਨਾ ਰੈਪਚਰ ਹੈ ਅਤੇ ਨਾ ਕਲੀਸਿਆ। ਮੈਂ ਥੋੜ੍ਹੀ ਦੇਰ ਵਿੱਚ ਉਹਨਾਂ ਨੂੰ ਵਿਖਾ ਦੇਵਾਂਗਾ ਕਿ ਇਹ ਗੱਲ ਸਹੀ ਹੈ। ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣ ਲਵੋ ਜੋ ਇਸ ਸੰਦੇਸ਼ ਵਿੱਚ ਰੈਪਚਰ ਨੂੰ ਵੇਖਣਾ ਪਸੰਦ ਕਰਦੇ ਹਨ। ਰੈਪਚਰ ਸ਼ਾਸਤਰ ਦੇ ਇਸ ਸੰਦੇਸ਼ ਵਿੱਚ ਕਿਸ ਤਰ੍ਹਾਂ ਠੀਕ ਬੈਠ ਸਕਦਾ ਹੈ, ਜਦਕਿ ਰੈਪਚਰ ਇਸ ਦੌਰਾਨ ਹੈ ਹੀ ਨਹੀਂ। ਮੈਂ ਚਾਹੁੰਦਾ ਹਾਂ ਕਿ ਉਹਨਾਂ ਨੂੰ ਇੱਕ ਰਾਹ ਵਿਖਾਵਾਂ ਜੋ ਇਸ ਦੌਰਾਨ ਕਲੀਸਿਆ ਨੂੰ ਵੇਖ ਰਹੇ ਹਨ। ਅਧਿਆਇ 24 ਦੀ 31 ਐਤ ਵਿੱਚ ਅਸੀਂ ਪੜਾਂਗੇ, ਅਤੇ ਉਹ ਤੁਰੀ ਦੀ ਵੱਡੀ ਆਵਾਜ਼ ਨਾਲ ਆਪਣੇ ਦੂਤਾਂ ਨੂੰ ਭੇਜੇਗਾ ਔਰ ਉਹ ਚੌਹਾਂ ਕੋਨਾਂ ਤੋਂ ਆਕਾਸ਼ ਦੇ ਉਸ ਸਿਰੇ ਤੋਂ ਲੈ ਕੇ ਇਸ ਸਿਰੇ ਤੱਕ ਉਹਦੇ ਚੁਣਿਆ ਹੋਇਆਂ ਨੂੰ ਇਕੱਠਾ ਕਰਨਗੇ। ਤੁਸੀਂ ਆਪਣੀ ਬਾਈਬਲ ਵਿੱਚ ਮਰਕਸ 13 ਅਧਿਆਇ 27 ਨੂੰ ਵੇਖੋ। ਉਸ ਵੇਲੇ ਉਹ ਦੂਤਾਂ ਨੂੰ ਭੇਜੇਗਾ ਅਤੇ ਚੌਹਾਂ ਕੂਟਾਂ ਤੋਂ ਧਰਤੀ ਦੀ ਹੱਦੋਂ ਆਕਾਸ਼ ਦੀ ਹੱਦ ਤੀਕਰ ਆਪਣੇ ਚੁਣਿਆ ਹੋਇਆਂ ਨੂੰ ਇਕੱਠਾ ਕਰੇਗਾ। ਬਾਈਬਲ ਸਪਸ਼ਟ ਦੱਸਦੀ ਹੈ ਕਿ 1000 ਵਰ੍ਹਿਆਂ ਦਾ ਰਾਜ ਸ਼ੁਰੂ ਹੋਣ ਤੋਂ ਪਹਿਲਾਂ ਚੁਣੇ ਹੋਏ ਇਕੱਠੇ ਹੋਣਗੇ ਅਤੇ ਰਾਜ ਦੀ ਤਿਆਰੀ ਕਰਨਗੇ। ਪਰ ਇਹ ਰੈਪਚਰ ਨਹੀਂ ਹੈ। ਇਹ ਰੈਪਚਰ ਹੋ ਹੀ ਨਹੀਂ ਸਕਦਾ। ਇਹ ਕਿਸੇ ਵੀ ਸੰਤ ਦੀ ਲਿਖਤ ਇਹ ਨਹੀਂ ਦੱਸਦੀ। ਪੁਨਰ ਉਥਾਨ ਦੇ ਬਾਰੇ ਇੱਥੇ ਇੱਕ ਸ਼ਬਦ ਵੀ ਨਹੀਂ ਆਖਿਆ ਗਿਆ। ਪਹਿਲਾ ਤੁਸਨੋਲੀਕੀਆ ਅਧਿਆਇ 4 ਸਾਨੂੰ ਦੱਸਦਾ ਹੈ ਕਿ ਰੈਪਚਰ ਦੇ ਵੇਲੇ ਜੋ ਮੁਰਦੇ ਮਸੀਹ ਵਿੱਚ ਸੋ ਗਏ ਹਨ ਉਹ ਜਾਗ ਉੱਠਣਗੇ। ਇਹ ਤਾਂ ਇਸ਼ਾਰਾ ਕਰਦਾ ਹੈ ਕਿ ਰਾਜ ਸ਼ੁਰੂ ਹੋਣ ਤੋਂ ਪਹਿਲਾਂ ਉਸ ਦੇ ਚੁਣੇ ਹੋਏ ਇਕੱਠੇ ਕੀਤੇ ਜਾਣਗੇ। ਕੁਝ ਲੋਕ ਇਸ ਇਕੱਠ ਨੂੰ ਰੈਪਚਰ ਵੱਲ ਲੈ ਜਾਂਦੇ ਹਨ। ਇੱਥੇ ਸ਼ਬਦ ਚੁਣੇ ਹੋਏ ਉਹਨਾਂ ਨੂੰ ਪਰੇਸ਼ਾਨੀ ਵਿੱਚ ਪਾ ਦਿੰਦਾ ਹੈ। ਸ਼ਾਸਤਰ ਉਹਨਾਂ ਦੇ ਵਿਚਾਰ ਨੂੰ ਕਿਧਰੇ ਵੀ ਮਜ਼ਬੂਤੀ ਨਹੀਂ ਦਿੰਦਾ। ਮੱਤੀ 24 ਵਿੱਚ ਇੱਕ ਹੋਰ ਜਗ੍ਹਾ ਹੈ ਜਿੱਥੇ ਉਹ ਰੈਪਚਰ ਹੋਣ ਦਾ ਸਹਾਰਾ ਲੈਂਦੇ ਹਨ। ਐਤ 24 ਤੇ 42 ਮੈਂ ਚਾਹੁੰਦਾ ਹਾਂ ਤੁਸੀਂ ਇਸ ਨੂੰ ਸਮਝ ਜਾਓ। ਇਹ ਐਤ ਕੀ ਆਖਦੀ ਹੈ ਅਤੇ ਇਸ ਦਾ ਕੀ ਅਰਥ ਹੈ। ਕੀ ਤੁਸੀਂ ਤਿਆਰ ਹੋ? ਆਓ ਅਸੀਂ ਇਸ ਨੂੰ ਵੇਖੀਏ। ਤਾਂ 2 ਜਣੇ ਖੇਤ ਵਿੱਚ ਹੋਣਗੇ, ਇੱਕ ਲੈ ਲਿਆ ਜਾਵੇਗਾ, ਇੱਕ ਛੱਡਿਆ ਜਾਵੇਗਾ। 2 ਤੀਵੀਆਂ ਚੱਕੀ ਪੀਂਦੀਆਂ ਹੋਣਗੀਆਂ, ਇੱਕ ਲੈ ਲਈ ਜਾਵੇਗੀ, ਇੱਕ ਛੱਡੀ ਜਾਵੇਗੀ। ਸੋ ਜਾਗਦੇ ਰਹੋ, ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭੂ ਕਿਹੜੇ ਦਿਨ ਆਉਂਦਾ ਹੈ। ਇਹ ਮਹਾਨ ਰੈਪਚਰ ਦਾ ਸੰਦੇਸ਼ ਹੈ
ਕੀ ਨਹੀਂ ਹੈ, ਪਰ ਇਹ ਰੈਪਚਰ ਨਹੀਂ ਹੈ। ਮੈਂ ਇਸ ਸੰਦੇਸ਼ ਦੀਆਂ ਆਵਾਜ਼ਾਂ ਆਪਣੇ ਕੰਨਾਂ ਨਾਲ ਸੁਣ ਸਕਦਾ ਹਾਂ। ਇੱਕ ਦਿਨ ਆ ਰਿਹਾ ਹੈ ਮੇਰੇ ਦੋਸਤੋ, ਜਦ ਤੁਸੀਂ ਆਪਣੀ ਕਾਰ ਚਲਾ ਰਹੇ ਹੋਵੋਗੇ ਅਤੇ ਤੁਹਾਡੀ ਪਤਨੀ ਤੁਹਾਡੇ ਨਾਲ ਬੈਠੀ ਹੋਵੇਗੀ। ਅਚਾਨਕ ਤੁਸੀਂ ਵੇਖੋਗੇ ਕਿ ਉਹ ਜਾ ਚੁੱਕੀ ਹੋਵੇਗੀ। ਉਹ ਮਸੀਹ ਹੈ ਅਤੇ ਤੁਸੀਂ ਨਹੀਂ ਹੋ। ਤੁਸੀਂ ਕਾਰ ਵਿੱਚ ਇਕੱਲੇ ਛੱਡ ਦਿੱਤੇ ਜਾਓਗੇ। ਤੁਸੀਂ ਆਪਣੇ ਆਫਿਸ ਵਿੱਚ ਕੰਮ ਕਰ ਰਹੇ ਹੋਵੋਗੇ। ਅਚਾਨਕ ਤੁਸੀਂ ਵੇਖੋਗੇ ਕਿ ਕੁਝ ਕੁਰਸੀਆਂ ਖਾਲੀ ਪਈਆਂ ਹਨ। ਰੈਪਚਰ ਵਿੱਚ ਜੋ ਬਚਾਏ ਗਏ ਸਨ, ਉਹ ਚਲੇ ਗਏ ਅਤੇ ਤੁਸੀਂ ਰਹਿ ਗਏ ਹੋ। ਇੱਕ ਲੈ ਲਿਆ ਜਾਵੇਗਾ ਅਤੇ ਇੱਕ ਛੱਡ ਦਿੱਤਾ ਜਾਵੇਗਾ। ਕੀ ਇਹ ਸੱਚ ਹੈ? ਇਹ ਪੂਰੀ ਤਰ੍ਹਾਂ ਸੱਚ ਹੈ। ਇਸ ਤਰ੍ਹਾਂ ਹੀ ਹੋਵੇਗਾ ਜਦ ਰੈਪਚਰ ਹੋਵੇਗਾ। ਕੁਝ ਲੋਕ ਆਖਦੇ ਹਨ, ਮੈਨੂੰ ਕਲੇਸ਼ ਦੇ ਸਮੇਂ ਦੇ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ। ਮੈਨੂੰ ਬੜੀ ਹੈਰਾਨਗੀ ਹੁੰਦੀ ਹੈ ਕਿ ਉਹ ਵਿਅਕਤੀ ਜੋ ਬਚਾਇਆ ਨਹੀਂ ਗਿਆ ਹੈ, ਕਿਉਂ ਇਸ ਤਰ੍ਹਾਂ ਸੋਚਦਾ ਹੈ। ਬਾਈਬਲ ਰੈਪਚਰ ਦੇ ਬਾਰੇ ਦੱਸਦੀ ਹੈ ਕਿ ਇਹ ਇਸ ਤਰ੍ਹਾਂ ਹੀ ਹੋਵੇਗਾ ਜਿਸ ਦੇ ਬਾਰੇ ਮੈਂ ਹੁਣ ਬਿਆਨ ਕੀਤਾ ਹੈ। ਪਰ ਇਹ ਸੰਦੇਸ਼ ਰੈਪਚਰ ਦੇ ਬਾਰੇ ਨਹੀਂ ਬੋਲਦਾ। ਮੈਂ ਸੋਚਦਾ ਹਾਂ ਮੈਂ ਤੁਹਾਨੂੰ ਇਸ ਦਾ ਸਬੂਤ ਦੇ ਸਕਦਾ ਹਾਂ। ਹੁਣ ਆਪਣੀ ਬਾਈਬਲ ਵਿੱਚ ਪਿਛਾਂਹ ਨੂੰ ਚੱਲੋ ਅਤੇ ਐਤ 36 ਤੋਂ ਪੜ੍ਹਨਾ ਸ਼ੁਰੂ ਕਰੋ। ਪਰ ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ, ਨਾ ਸੁਰਗ ਦੇ ਦੂਤ, ਨਾ ਪ੍ਰਭੂ, ਪਰ ਕੇਵਲ ਪਿਤਾ। ਪਰ ਜਿਸ ਤਰ੍ਹਾਂ ਨੂਹ ਦੇ ਦਿਨ ਸਨ, ਮਨੁੱਖ ਦੇ ਪੁੱਤਰ ਦਾ ਆਉਣਾ ਉਸੇ ਤਰ੍ਹਾਂ ਹੋਵੇਗਾ। ਕਿਉਂਕਿ ਜਿਸ ਤਰ੍ਹਾਂ ਪਰਲੋ ਤੋਂ ਅੱਗਿਓ ਦੇ ਦਿਨਾਂ ਵਿੱਚ ਲੋਕ ਖਾਂਦੇ ਪੀਂਦੇ ਅਤੇ ਵਿਆਹ ਕਰਦੇ ਅਤੇ ਕਰਾਉਂਦੇ ਸਨ, ਉਸ ਦਿਨ ਤਿੱਕਰ ਕਿ ਨੂਹ ਕਿਸ਼ਤੀ ਉੱਤੇ ਚੜ੍ਹਿਆ ਅਤੇ ਉਹ ਨਹੀਂ ਜਾਣਦੇ ਸਨ ਜਦ ਤਾਈਂ ਪਰਲੋ ਨਾ ਆਈ ਅਤੇ ਸਭਨਾਂ ਨੂੰ ਰੋੜ ਕੇ ਲੈ ਨਾ ਗਈ। ਇਹ ਸ਼ਬਦ ਇਸ ਤਰ੍ਹਾਂ ਹਨ, ਇੱਕ ਲੈ ਲਿਆ ਗਿਆ ਅਤੇ ਇੱਕ ਛੱਡ ਦਿੱਤਾ ਗਿਆ। ਉਹ ਕਿਸ ਤਰ੍ਹਾਂ ਲੈ ਲਿਆ ਗਿਆ? ਨਿਉਂ ਵਿੱਚ, ਰੈਪਚਰ ਵਿੱਚ ਨਹੀਂ। ਜਦ ਬਾੜ ਆਈ, ਜਿਨ੍ਹਾਂ ਨੇ ਨੂਹ ਦੇ ਸੰਦੇਸ਼ ਦਾ ਇਨਕਾਰ ਕੀਤਾ ਸੀ, ਉਹਨਾਂ ਦਾ ਰੈਪਚਰ ਨਹੀਂ ਹੋਇਆ। ਉਹ ਤਾਂ ਬਾੜ ਵਿੱਚ ਨਾਸ਼ ਹੋ ਗਏ। ਇਹ ਸੰਦੇਸ਼ ਸਿਖਾਉਂਦਾ ਹੈ ਕਿ ਕਲੇਸ਼ ਦੇ ਦਿਨ ਜਦ ਪ੍ਰਭੂ ਨਿਉਂ ਕਰਨ ਲਈ ਧਰਤੀ ਤੇ ਆਵੇਗਾ, ਕੁਝ ਦਾ ਨਿਉਂ ਵਿਅਕਤੀਗਤ ਰੂਪ ਵਿੱਚ ਇਸ ਤਰ੍ਹਾਂ ਹੀ ਹੋਵੇਗਾ। ਸਭ ਦਾ ਨਿਉਂ ਜਗਤ ਵਿੱਚ ਇਕੱਠਾ ਨਹੀਂ ਹੋਵੇਗਾ। ਵਿਅਕਤੀਗਤ ਰੂਪ ਵਿੱਚ ਨਿਉਂ ਹੋਵੇਗਾ। ਇੱਕ ਦਾ ਨਿਉਂ ਕੀਤਾ ਜਾਵੇਗਾ ਅਤੇ ਇੱਕ ਛੱਡ ਦਿੱਤਾ ਜਾਵੇਗਾ। ਜੇ ਤੁਸੀਂ ਚਾਹੁੰਦੇ ਹੋ ਕਿ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝੀਏ ਤਾਂ ਲੂਕਾ 17 ਵਿੱਚ ਚਲੋ। ਮੈਂ ਲੂਕਾ 17 ਦੇ ਬਾਰੇ ਕਈ ਅੱਛੇ ਵਿਚਾਰ ਸੁਣੇ ਹਨ ਜੋ ਕਲੇਸ਼ ਦੇ ਬਾਰੇ ਰੈਪਚਰ ਨੂੰ ਬਿਆਨ ਕਰਦੇ ਹਨ। ਕਿਉਂ ਜੋ ਉਹ ਇੱਕ ਐਤ ਨੂੰ ਛੱਡ ਦਿੰਦੇ ਹਨ। ਮੈਂ ਚਾਹੁੰਦਾ ਹਾਂ ਕਿ ਤੁਸੀਂ ਲੂਕਾ 17 ਅਧਿਆਇ 34 ਵਚਨਾਂ ਤੋਂ 36 ਵਚਨਾਂ ਨੂੰ ਪੜ੍ਹੋ। ਮੈਂ ਤੁਹਾਨੂੰ ਆਖਦਾ ਹਾਂ, ਭਾਈ ਉਸ ਰਾਤ ਇੱਕ ਮੰਜੇ ਉੱਤੇ ਦੋ ਜਣੇ ਹੋਣਗੇ, ਇੱਕ ਲੈ ਲਿਆ ਜਾਵੇਗਾ ਅਤੇ ਦੂਆ ਛੱਡਿਆ ਜਾਵੇਗਾ। ਦੋ ਤੀਵੀਆਂ ਇਕੱਠੀਆਂ ਪੀਂਦੀਆਂ ਹੋਣਗੀਆਂ, ਇੱਕ ਲੈ ਲਈ ਜਾਵੇਗੀ ਅਤੇ ਦੂਜੀ ਛੱਡੀ ਜਾਵੇਗੀ। ਤੁਸੀਂ ਵੇਖਿਆ? ਰੈਪਚਰ। ਹੁਣ ਅਗਲੀ ਐਤ ਨੂੰ ਧਿਆਨ ਨਾਲ ਵੇਖੋ। ਤਦ ਉਹਨਾਂ ਨੇ ਉਸ ਨੂੰ ਅੱਗਿਓਂ ਆਖਿਆ, ਪ੍ਰਭੂ ਜੀ, ਕਿੱਥੇ? ਦੂਜੇ ਸ਼ਬਦਾਂ ਵਿੱਚ ਕਿੱਥੇ ਉਹਨਾਂ ਨੂੰ ਲੈ ਲਿਆ ਜਾਵੇਗਾ? ਉਸ ਨੇ ਉਹਨਾਂ ਨੂੰ ਕਿਹਾ, ਜਿੱਥੇ ਲੋਥ ਹੈ ਉੱਥੇ ਗਿਰਜਾਂ ਵੀ ਇਕੱਠੀਆਂ ਹੋਣਗੀਆਂ। ਉਹ ਕਿਸ ਦੇ ਬਾਰੇ ਗੱਲ ਕਰ ਰਿਹਾ ਸੀ? ਉਹ ਬੜੇ ਲਾਲਚੀ ਲੋਕਾਂ ਦੇ ਬਾਰੇ ਗੱਲ ਕਰ ਰਿਹਾ ਸੀ ਕਿ ਉਹਨਾਂ ਦਾ ਨਿਆਂ ਕੀਤਾ ਜਾਵੇਗਾ। ਇਸ ਲਈ ਮੱਤੀ 24 ਇਹ ਨਹੀਂ ਦੱਸਦੀ ਕਿ ਸਾਨੂੰ ਇਹਨਾਂ ਭਿਆਨਕ ਘਟਨਾਵਾਂ ਵਿੱਚੋਂ ਗੁਜ਼ਰਨਾ ਪਵੇਗਾ ਅਤੇ ਤਦ ਮਨੁੱਖ ਦਾ ਪੁੱਤਰ ਆਵੇਗਾ ਅਤੇ ਇੱਕ ਛੱਡ ਦਿੱਤਾ ਜਾਵੇਗਾ, ਇੱਕ ਲੈ ਲਿਆ ਜਾਵੇਗਾ। ਇਸ ਵਿੱਚ ਦੱਸਿਆ ਗਿਆ ਹੈ ਕਿ ਨਿਉਂ ਕੀਤਾ ਜਾਵੇਗਾ। ਰੈਪਚਰ ਵਿੱਚ ਕੋਈ ਨਹੀਂ ਜਾਏਗਾ। ਇਹ ਤਾਂ ਅਸਲ ਵਿੱਚ ਯਹੂਨਾ 19 ਅਧਿਆਇ 26 ਵਿੱਚ ਸਾਨੂੰ ਦੱਸਿਆ ਗਿਆ ਹੈ। ਜਿਸ ਤਰ੍ਹਾਂ ਸਾਡਾ ਪ੍ਰਭੂ ਯਿਸੂ ਮਸੀਹ ਕਲਵਰੀ ਤੋਂ ਲੈ ਲਿਆ ਗਿਆ ਸੀ ਕਿ ਜਗਤ ਦੇ ਪਾਪਾਂ ਦਾ ਨਿਉਂ ਕੀਤਾ ਜਾਵੇ। ਮੈਂ ਫਿਰ ਦੁਆਰਾ ਜੋ ਹੋਣਾ ਹੈ ਉਸ ਨੂੰ ਦੱਸਣਾ ਚਾਹੁੰਦਾ ਹਾਂ। ਅਸੀਂ ਕਲੀਸਿਆ ਯੁੱਗ ਵਿੱਚ ਹਾਂ। ਰੈਪਚਰ ਭਵਿੱਖ ਵਿੱਚ ਹੋਣ ਵਾਲਾ ਹੈ ਅਤੇ ਤਦ ਕਲੇਸ਼ ਦਾ ਸਮੇਂ ਅਤੇ ਤਦ ਮਸੀਹ ਦਾ ਦੂਜਾ ਅਗਮਾਨ ਅਤੇ ਤਦ 1000 ਸਾਲ ਦਾ ਰਾਜ ਠੀਕ ਹੈ। ਹੁਣ ਜਰਾ ਧਿਆਨ ਨਾਲ ਸੁਣੋ।
ਮੱਤੀ 24 ਅਤੇ ਮੱਤੀ 25 ਵਿੱਚ ਦੱਸੀਆਂ ਹੋਈਆਂ ਘਟਨਾਵਾਂ ਜਿਨ੍ਹਾਂ ਦੀ ਚਰਚਾ ਕੀਤੀ ਉਹ ਕਦ ਹੋਣੀਆਂ ਹਨ? ਇਹ ਯਿਸੂ ਦੇ ਰਾਜ ਤੋਂ ਪਹਿਲਾਂ 7 ਸਾਲ ਵਿੱਚ ਹੋਣਗੀਆਂ। ਰੈਪਚਰ ਕਦ ਹੋਣਾ ਹੈ? ਕਲੇਸ਼ ਦੇ ਆਉਣ ਤੋਂ ਠੀਕ ਪਹਿਲਾਂ। ਮੱਤੀ 24 ਇਸ ਦਾ ਹੀ ਇਸ਼ਾਰਾ ਕਰ ਰਹੀ ਹੈ। ਸਾਰ ਅੰਤ ਵਿੱਚ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਨਾਲ ਮੱਤੀ 24 ਅਧਿਆਏ 32 ਤੇ 33 ਵਚਨਾਂ ਨੂੰ ਵੇਖੋ। ਇਹ ਇੱਕ ਦ੍ਰਿਸ਼ਟਾਂਤ ਹੈ ਜੋ ਸਾਡੇ ਪ੍ਰਭੂ ਨੇ ਇਸਤੇਮਾਲ ਕੀਤਾ। ਮੈਂ ਸੋਚਦਾ ਹਾਂ ਉਹਨਾਂ ਘਟਨਾਵਾਂ ਨੂੰ ਸਮਝਣ ਦੇ ਬਾਰੇ ਇਹ ਸਾਡੇ ਲਈ ਕੁੰਜੀ ਹੈ। ਉਸ ਨੇ ਆਖਿਆ, ਫਿਰ ਅੰਜੀਰ ਦੇ ਬ੍ਰਿਸ਼ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ। ਜਦ ਉਹਦੀਆਂ ਟਹਿਣੀਆਂ ਨਰਮ ਹੁੰਦੀ ਅਤੇ ਪੱਤੇ ਫੁੱਟਦੇ ਹਨ, ਤਦ ਜਾਣ ਲੈਂਦੇ ਹਾਂ ਭਾਈ ਗਰਮੀ ਦੀ ਰੁੱਤ ਨੇੜੇ ਹੈ। ਇਸ ਤਰ੍ਹਾਂ ਤੁਸੀਂ ਵੀ ਜਾਂ ਇਹ ਸਭ ਕੁਝ ਵੇਖੋ ਤਾਂ ਜਾਣ ਲਓ ਜੋ ਉਹ ਨੇੜੇ ਸਗੋਂ ਬੂਹੇ ਉੱਤੇ ਹੈ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੀਕਰ ਇਹ ਸਭ ਗੱਲਾਂ ਨਾ ਹੋ ਲੈਣ, ਇਹ ਪੀੜ੍ਹੀ ਬੀਤ ਨਾ ਜਾਵੇਗੀ। ਆਕਾਸ਼ ਅਤੇ ਧਰਤੀ ਟਲ ਜਾਣਗੇ, ਪਰ ਮੇਰੇ ਵਚਨ ਕਦੇ ਨਾ ਟਲਣਗੇ। ਮੱਤੀ 24 ਅਧਿਆਏ 32 ਵਚਨ ਤੋਂ ਲੈ ਕੇ 35 ਵਚਨਾਂ ਤੱਕ। ਅਸੀਂ ਸਹੀ ਸਮੇਂ ਅਤੇ ਮੌਸਮ ਤਾਂ ਨਹੀਂ ਜਾਣ ਸਕਦੇ, ਪਰ ਬਾਈਬਲ ਸਾਨੂੰ ਸਿਖਾਉਂਦੀ ਹੈ ਅਤੇ ਅਸੀਂ ਵਿਸ਼ਵਾਸ ਕਰ ਸਕਦੇ ਹਾਂ ਕਿ ਮਸੀਹ ਦੀਆਂ ਦੱਸੀਆਂ ਹੋਈਆਂ ਨਿਸ਼ਾਨੀਆਂ ਤੋਂ ਅਸੀਂ ਜਾਣ ਲਵਾਂਗੇ। ਕੀ ਤੁਸੀਂ ਸਮਝ ਗਏ ਕਿ ਉਹ ਸਾਨੂੰ ਕੀ ਕਹਿ ਰਿਹਾ ਸੀ? ਇਹ ਚੀਜ਼ਾਂ ਭਵਿੱਖਬਾਣੀਆਂ ਸਨ ਜਿਨ੍ਹਾਂ ਦਾ ਮਸੀਹ ਦੇ ਰਾਜ ਦੇ ਸਥਾਪਿਤ ਹੋਣ ਤੋਂ ਪਹਿਲਾਂ ਪੂਰਾ ਹੋਣਾ ਜ਼ਰੂਰੀ ਹੈ। ਇਹਨਾਂ ਚੀਜ਼ਾਂ ਦਾ ਪੂਰਾ ਹੋਣ ਤੋਂ ਪਹਿਲਾਂ ਕਲੀਸਿਆ ਰੈਪਚਰ ਵਿੱਚ ਚਲੀ ਜਾਵੇਗੀ। ਅੱਜ ਅਸੀਂ ਵੇਖ ਰਹੇ ਹਾਂ ਕਿ ਉਹ ਸਮੇਂ ਨੇੜੇ ਹੈ। ਯਾਦ ਕਰੋ, ਚੇਲਿਆਂ ਨੇ ਪੁੱਛਿਆ ਸੀ, ਪ੍ਰਭੂ ਤੇਰੇ ਆਉਣ ਦੇ ਕੀ ਚਿੰਨ੍ਹ ਹੋਣਗੇ? ਯਿਸੂ ਨੇ ਕਈ ਚਿੰਨ੍ਹ ਦੱਸੇ ਸਨ। ਉਹਨਾਂ ਵਿੱਚੋਂ ਇੱਕ ਉਸ ਨੇ ਦੱਸਿਆ ਸੀ ਕਿ ਅਕਾਲ ਪੈਣਗੇ, ਜਗਤ ਵਿੱਚ ਭੁੱਖਮਾਰੀ ਫੈਲ ਜਾਵੇਗੀ। ਕਿ ਤੁਸੀਂ ਅਖਬਾਰ ਪੜ੍ਹਦੇ ਹੋ ਕਿ ਅੱਜ ਅਕਾਲ ਪੈ ਰਹੇ ਹਨ? ਪੂਰੇ ਜਗਤ ਵਿੱਚ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ, ਕਦੇ ਕਿਸੇ ਦੇਸ਼ ਵਿੱਚ ਅਤੇ ਕਦੇ ਕਿਸੇ ਦੇਸ਼ ਵਿੱਚ। ਮੈਂ ਵਿਅਕਤੀਗਤ ਤੌਰ ਤੇ ਵਿਸ਼ਵਾਸ ਕਰਦਾ ਹਾਂ ਕਿ ਪੂਰੇ ਜਗਤ ਵਿੱਚ ਇੱਕ ਭਿਆਨਕ ਅਕਾਲ ਪੈਣ ਵਾਲਾ ਹੈ। ਇਹ ਭਵਿੱਖਬਾਣੀ ਹੋ ਚੁੱਕੀ ਹੈ ਕਿ 2040 ਤੱਕ ਜਗਤ ਦੀ ਆਬਾਦੀ 9 ਮਿਲੀਅਨ ਹੋ ਜਾਵੇਗੀ ਅਤੇ ਧਰਤੀ ਉਹਨਾਂ ਦੇ ਖਾਣ ਲਈ ਪੈਦਾ ਨਾ ਕਰ ਸਕੇਗੀ ਅਤੇ ਅਕਾਲ ਪਹਿਲਾਂ ਸ਼ੁਰੂ ਹੋ ਜਾਣਗੇ। ਹੋਣ ਵਾਲੀਆਂ ਘਟਨਾਵਾਂ ਦੀ ਪਰਛਾਈ ਸਾਨੂੰ ਸਾਹਮਣੇ ਨਜ਼ਰ ਆ ਰਹੀ ਹੈ। ਜਗ੍ਹਾ ਜਗ੍ਹਾ ਯੁੱਧ ਛਿੜੇ ਹੋਏ ਹਨ ਅਤੇ ਮਸੀਹ ਦੀ ਦੱਸੀਆਂ ਹੋਈਆਂ ਨਿਸ਼ਾਨੀਆਂ ਅਸੀਂ ਵੇਖ ਸਕਦੇ ਹਾਂ। ਮਸੀਹ ਦਾ ਆਉਣਾ ਬਹੁਤ ਨੇੜੇ ਨਜ਼ਰ ਆ ਰਿਹਾ ਹੈ। ਉਹ ਅੱਜ ਰਾਤ ਵੀ ਆ ਸਕਦਾ ਹੈ। ਇਹ ਕਹਿਣਾ ਗਲਤ ਹੈ ਕਿ ਜਦ ਇਹ ਚੀਜ਼ਾਂ ਹੋ ਜਾਣਗੀਆਂ ਤਦ ਰੈਪਚਰ ਹੋਵੇਗਾ। ਇੱਥੇ ਇਹ ਨਹੀਂ ਦੱਸਿਆ ਜਾ ਰਿਹਾ। ਸਾਨੂੰ ਤਾਂ ਚਾਹੀਦਾ ਹੈ ਕਿ ਅਸੀਂ ਪ੍ਰਭੂ ਵਿੱਚ ਆਨੰਦਿਤ ਰਹੀਏ। ਉਹ ਅੱਜ ਵੀ ਆ ਸਕਦਾ ਹੈ, ਪਰ ਜੇ ਉਹ ਨਹੀਂ ਆਉਂਦਾ ਤਾਂ ਮੈਨੂੰ ਚਾਹੀਦਾ ਹੈ ਕਿ ਮੈਂ ਉਸ ਵਿੱਚ ਆਨੰਦਿਤ ਰਹਾਂ। ਯਿਸੂ ਮਸੀਹ ਆ ਰਿਹਾ ਹੈ। ਆਮੀਨ। ਪਿਆਰੇ ਦਰਸ਼ਕੋ, ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਅੱਜ ਅਸੀਂ ਜਾਣਿਆ ਕਿ ਜਦੋਂ ਚੇਲਿਆਂ ਨੇ ਇਸ ਜਗਤ ਦੇ ਅੰਤ ਦੀ ਨਿਸ਼ਾਨੀਆਂ ਨੂੰ ਪ੍ਰਭੂ ਯਿਸੂ ਮਸੀਹ ਜੀ ਤੋਂ ਪੁੱਛਿਆ, ਤਾਂ ਅਸੀਂ ਜਾਣਿਆ ਕਿ ਮਸੀਹ ਦੀ ਦੂਸਰੀ ਆਮਦ ਅਤੇ ਜਗਤ ਦਾ ਅੰਤ ਇੱਕ ਹੀ ਹੈ। ਜਦੋਂ ਮਸੀਹ ਆਏਗਾ ਤਾਂ ਜਗਤ ਦਾ ਅੰਤ ਹੋ ਜਾਏਗਾ। ਇਸ ਤੋਂ ਬਾਅਦ ਅਸੀਂ ਜਾਣਿਆ ਕਿ ਚੇਲਿਆਂ ਦਾ ਪ੍ਰਸ਼ਨ ਮਹਾਕਲੇਸ਼ ਦੇ ਬਾਰੇ ਹੈ। ਅਸੀਂ ਜਾਣਿਆ ਕਿ ਕਲੇਸ਼ ਦੀਆਂ ਘਟਨਾਵਾਂ 7 ਸਾਲ ਦੇ ਸਮੇਂ ਲਈ ਹੋਣਗੀਆਂ। ਅਸੀਂ ਜਾਣਿਆ ਕਿ ਪ੍ਰਭੂ ਯਿਸੂ ਜੀ ਆਪਣੇ ਚੇਲਿਆਂ ਨੂੰ ਦੱਸ ਰਹੇ ਸੀ ਕਿ ਉਸ ਦੇ ਰਾਜ ਦੇ ਸਥਾਪਿਤ ਹੋਣ ਤੋਂ ਪਹਿਲਾਂ ਕੀ ਹੋਵੇਗਾ। ਪ੍ਰਭੂ ਯਿਸੂ ਜੀ ਕਹਿੰਦੇ ਹਨ ਕਿ ਅੰਤ ਦੇ ਦਿਨਾਂ ਵਿੱਚ ਚੌਕਸ ਰਹਿਣ ਦੀ ਲੋੜ ਹੈ, ਕਿਉਂਕਿ ਬਹੁਤੇਰੇ ਉਸ ਦਾ ਨਾਮ ਧਾਰ ਕੇ ਤੁਹਾਡੇ ਕੋਲ ਆਣਗੇ ਅਤੇ ਬਹੁਤ ਸਾਰਿਆਂ ਨੂੰ ਭਰਮਾਣਗੇ ਅਤੇ ਕਹਿਣਗੇ ਕਿ ਮੈਂ ਹੀ ਪ੍ਰਭੂ ਹਾਂ। ਪ੍ਰਭੂ ਯਿਸੂ ਜੀ ਕਹਿੰਦੇ ਹਨ ਕਿ ਤੁਸੀਂ ਲੜਾਈਆਂ ਦੀਆਂ ਖਬਰਾਂ ਸੁਣੋਗੇ। ਇੱਕ ਰਾਜ ਦੂਜੇ ਰਾਜ ਦੇ ਉੱਤੇ, ਇੱਕ ਕੌਮ ਦੂਜੀ ਕੌਮ ਦੇ ਉੱਤੇ ਚੜ੍ਹਾਈ ਕਰ ਰਹੀ ਹੋਏਗੀ। ਜਗ੍ਹਾ ਜਗ੍ਹਾ ਅਕਾਲ ਪੈਣਗੇ ਅਤੇ ਭੁਚਾਲ ਆਣਗੇ, ਪਰ ਇਹ ਸਭ ਤਾਂ ਪੀੜਾ ਦੀ ਸ਼ੁਰੂਆਤ ਹੈ।
ਅਸੀਂ ਜਾਣਿਆ ਕਿ ਕੁਧਰਮ ਦੇ ਵੱਧ ਜਾਣ ਕਰਕੇ ਬਹੁਤ ਸਾਰਿਆਂ ਦਾ ਪਿਆਰ ਠੰਡਾ ਪੈ ਜਾਏਗਾ, ਪਰ ਜਿਹੜਾ ਅੰਤ ਤੱਕ ਧੀਰਜ ਧਰੇਗਾ ਉਹੀ ਬਚਾਇਆ ਜਾਏਗਾ ਅਤੇ ਪਰਮੇਸ਼ਰ ਦੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿੱਚ ਕੀਤਾ ਜਾਏਗਾ, ਜੋ ਸਭ ਕੌਮਾਂ ਦੇ ਉੱਤੇ ਸਾਖੀ ਹੋਵੇ। ਤਦ ਅੰਤ ਆ ਜਾਏਗਾ। ਅਸੀਂ ਜਾਣਿਆ ਕਿ ਪਹਿਲੇ 3.5 ਸਾਲ ਕਲੇਸ਼ ਦੇ ਹੋਣਗੇ ਅਤੇ ਅਗਲੇ 3.5 ਸਾਲ ਮਹਾਕਲੇਸ਼ ਦੇ ਹੋਣਗੇ। ਇਸ ਦੌਰਾਨ ਅਜਿਹੀਆਂ ਘਟਨਾਵਾਂ ਹੋਣਗੀਆਂ ਜੋ ਕਿ ਇਤਿਹਾਸ ਦੇ ਵਿੱਚ ਕਦੇ ਵੀ ਨਹੀਂ ਹੋਈਆਂ। ਇਸ ਦੌਰਾਨ ਝੂਠੇ ਸਿੱਖਿਅਕ ਅਤੇ ਝੂਠੇ ਨਬੀ ਉੱਠ ਖੜੇ ਹੋਣਗੇ। ਅਸੀਂ ਜਾਣਿਆ ਕਿ ਇਹ ਕਲੀਸਿਆ ਦੇ ਉਠਾਏ ਜਾਣ ਬਾਰੇ ਨਹੀਂ ਹੈ, ਕਿਉਂਕਿ ਇਸ ਕਲੇਸ਼ ਦੇ ਦੌਰਾਨ ਕਲੀਸਿਆ ਦਾ ਉਠਾਇਆ ਜਾਣਾ ਹੈ ਹੀ ਨਹੀਂ। ਦੋਸਤੋ, ਸਾਨੂੰ ਆਪਣੇ ਆਪ ਨੂੰ ਕਲੀਸਿਆ ਦੇ ਉਸ ਅੰਗ ਵਾਂਗੂ ਆਪਣੇ ਆਪ ਨੂੰ ਤਿਆਰ ਕਰਨ ਦੀ ਲੋੜ ਹੈ। ਅੱਜ ਅਸੀਂ ਕਲੀਸਿਆ ਯੁੱਗ ਦੇ ਵਿੱਚ ਜੀ ਰਹੇ ਹਾਂ। ਕੀ ਤੁਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਲ ਉਠਾਏ ਜਾਣ ਦੇ ਲਈ ਤਿਆਰ ਹੋ? ਆਓ ਪ੍ਰਾਰਥਨਾ ਕਰੀਏ। ਸੱਚੇ ਜਿੰਦਾ ਪਰਮੇਸ਼ਰ, ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਤੁਹਾਡੇ ਚਰਨਾਂ 'ਚ ਆਉਂਦੇ ਪਿਤਾ, ਧੰਨਵਾਦ ਦਿੰਦੇ ਪਿਤਾ ਪਰਮੇਸ਼ਰ ਇੱਕ ਵਾਰ ਫਿਰ ਤੋਂ ਅੱਜ ਦੇ ਵਚਨ ਦੇ ਲਈ ਪਿਤਾ ਪਰਮੇਸ਼ਰ, ਜਿਸ ਦੇ ਵਿੱਚ ਤੁਸੀਂ ਪ੍ਰਭੂ ਸਾਨੂੰ ਤੁਸੀਂ ਮਹਾਕਲੇਸ਼ ਦੇ ਸਮੇਂ ਅਤੇ ਕਾਲਾਂ ਬਾਰੇ ਦੱਸਿਆ। ਤੁਸੀਂ ਦੱਸਿਆ ਕਿ ਇਹ ਕਲੇਸ਼ ਕਿੰਨੇ ਸਾਲ ਵਾਸਤੇ ਹੋਣਗੇ ਅਤੇ ਇਹਨਾਂ ਕਲੇਸ਼ਾਂ ਤੋਂ ਅਸੀਂ ਕਿਸ ਤਰ੍ਹਾਂ ਬਚ ਸਕਦੇ ਹਾਂ। ਤੁਸੀਂ ਸਾਨੂੰ ਇੱਕ ਬੜੀ ਅੱਛੀ ਉਮੀਦ ਦਿੱਤੀ ਹੈ ਕਿ ਜਦ ਇਹ ਮਹਾਕਲੇਸ਼ ਦਾ ਸਮਾਂ ਆਏਗਾ, ਕਲੀਸਿਆ ਉਸ ਸਮੇਂ ਸਵਰਗ ਵਿੱਚ ਉਠਾ ਲਈ ਜਾਏਗੀ ਔਰ ਉਸ ਤੋਂ ਬਾਅਦ ਇਸ ਸੰਸਾਰ ਦਾ ਅੰਤ ਹੋਣਾ ਸ਼ੁਰੂ ਹੋ ਜਾਏਗਾ। ਪਿਤਾ ਪਰਮੇਸ਼ਰ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਔਰ ਤੁਹਾਡੇ ਅੱਗੇ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਜੀ ਕਿ ਤੁਸੀਂ ਸਾਨੂੰ ਹਿੰਮਤ ਬਖਸ਼ੋ, ਸਮਝ ਬਖਸ਼ੋ, ਤਾਂ ਕਿ ਪਿਤਾ ਪਰਮੇਸ਼ਰ ਅਸੀਂ ਅੱਜ ਦੇ ਸਮੇਂ ਦੀ ਕਲੀਸਿਆ ਦਾ ਹਿੱਸਾ ਹੋ ਜਾਈਏ, ਪਵਿੱਤਰ ਔਰ ਸੱਚਾਈ ਦੇ ਨਾਲ ਜਿਹੜੀ ਭਰਪੂਰ ਕੀਤੀ ਜਾਂਦੀ ਹੈ, ਤਾਂ ਕਿ ਪਿਤਾ ਪਰਮੇਸ਼ਰ ਜਦ ਤੁਸੀਂ ਆਓ ਤਾਂ ਅਸੀਂ ਉਸ ਕਲੀਸਿਆ ਦਾ ਅੰਗ ਬਣ ਕੇ ਸਵਰਗ ਦੇ ਵਿੱਚ ਉਠਾ ਲੈ ਜਾਈਏ, ਤਾਂ ਕਿ ਇਸ ਮਹਾਕਲੇਸ਼ ਤੋਂ ਅਸੀਂ ਬਚੇ ਰਹਿ ਸਕੀਏ। ਧੰਨਵਾਦ ਦਿੰਦੇ ਪਿਤਾ ਪਰਮੇਸ਼ਰ ਤੁਹਾਡੇ ਇਸ ਵਚਨ ਦੇ ਇੱਕ ਵਾਰ ਫਿਰ ਤੋਂ ਕਿ ਤੁਸੀਂ ਆਪਣੇ ਵਚਨ ਦੇ ਦੁਆਰਾ ਸਾਡੇ ਨਾਲ ਗੱਲਬਾਤ ਕੀਤੀ ਤੇ ਸਾਨੂੰ ਆਸ਼ੀਸ਼ ਅਤੇ ਬਰਕਤ ਦਿੱਤੀ। ਯਿਸੂ ਨਾਸਰੀ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।